ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦਾ ਅਧਿਆਇ 4 ਦੋ ਘਾਤੀ ਸਮੀਕਰਨਾਂ ਕੁਆਡਰੇਟਿਕ ਇਕੁਏਸ਼ਨਸ ਅਸੀਂ ਕਰ ਰਹੇ ਹਾਂ। तो लास्ट वीडियोस ਦੇ ਵਿੱਚ ਅਸੀਂ ਐਕਸਰਸਾਈਜ਼ 4.1 ਦੇ ਜਿਹੜੇ ਕੁਐਸਚਨਸ ਕੀਤੇ ਸੀਗੇ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਅਭਿਆਸ 4.2 ਦੇ ਸਵਾਲ ਜਿਹੜੇ ਉਹ ਆਪਾਂ ਸ਼ੁਰੂ ਕਰਾਂਗੇ। ਠੀਕ ਹੈ, तो ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਐਕਸਰਸਾਈਜ਼ 4.2 ਦਾ ਫਰਸਟ ਕੁਐਸਚਨ। तो पहला सवाल साडे कोल है गुणनखंड विधि राही हेठ लिखे दो घाती समीकरण दे मूल पता करो। ठीक है, ये साडे कोल एक दो घाती समीकरण है, ਇਹਦੇ ਅਸੀਂ मूल पता करने हैं। ठीक है, ਇਸ ਤੋਂ ਪਹਿਲਾਂ ਅਸੀਂ ਅਧਿਆਇ 2 ਦੇ ਵਿੱਚ ਕਰ ਚੁੱਕੇ ਹਾਂ ਦੋ ਘਾਤੀ ਬਹੁਪਦ ਦੇ ਆਪਾਂ ਸਿਫਰਾਂ ਜਿਹੜੀਆਂ ਕਿਵੇਂ ਪਤਾ ਕਰਦੇ ਹਾਂ। ਠੀਕ ਹੈ, ਜਿਵੇਂ ਅਸੀਂ ਦੋ ਘਾਤੀ ਬਹੁਪਦ ਦੀਆਂ ਸਿਫਰਾਂ ਪਤਾ ਕਰਦੇ ਹਾਂ ਉਸੇ ਢੰਗ ਦੇ ਨਾਲ ਅਸੀਂ ਦੋ ਘਾਤੀ ਸਮੀਕਰਨ ਦੇ ਮੂਲ ਪਤਾ ਕਰਾਂਗੇ। ਠੀਕ ਹੈ, तो ਇਹਦੇ ਵਿੱਚ ਦੇਖੋ ਫਰਕ ਜਿਹੜਾ ਲਿਖਣ ਦੇ ਵਿੱਚ ਸਿਰਫ ਇੰਨਾ ਕੁ ਹੁੰਦਾ ਹੈ, जेकर सिर्फ ax² प्लस bx प्लस c लिखा होया तो यह साडे कोल एक दो घाती बहुपद है। जेकर असी इनू ax² प्लस bx प्लस c इक्वल्स टू 0 लिख देने तो फिर ये साडे कोल जिहड़ा दो घाती समीकरण बन जाती है। ठीक है, जिहड़ियां साडे कोल इस दो घाती बहुपद दीयां सिफरां बननगियां उही साडे कोल इस दो घाती समीकरण दे मूल बनणगे। ठीक, तो सब तो पहला साडे कोल जिहड़ी समीकरण दित्ती है वो असीं लिख लांगे x² माइनस 3x माइनस 10 इक्वल्स टू 0। ठीक है, सब तो पहला असीं की करना इस समीकरण दी असीं तुलना करनी है ax² प्लस bx प्लस c दे नाल। ठीक है, तो साडे कोल जिहड़ी समीकरण है समीकरण दा म्यारी रूप है वो साडे कोल ax² प्लस bx प्लस c इक्वल्स टू 0 हुंदा है। तो इन्हां दोनों की तुलना करन ते सानू पता चलेगा कि a की कीमत जिहड़ी साडे कोल 1 है, इत्थे x² दा जिहड़ा गुणांक है कोएफिशिएंट ऑफ x² इज 1। उस तो बाद b की जिहड़ी कीमत है वो साडे कोल -3 है ते c की जिहड़ी कीमत है साडे कोल -10 है। ठीक, हुण इस तो बाद की करना है असीं a ते c दा असीं गुणनफल करांगे। ठीक है, a नूं c दे नाल जदों गुणा कीता है तो ये साडे कोल बनदा है -10। तो AC का गुणनफल जिहड़ा असीं लवांगे प्रोडक्ट लवांगे साडे कोल -10 आ गया। हुण असीं दो संख्यावां इहो जिहियां जिहड़ियां असीं चूज करनियां है कि जिन्हां दा जिहड़ा जोड़फल है वो साडे कोल घटाओ दे 3 बनन। ठीक, और जिहड़ा गुणनफल है वो साडे कोल -10 होए। ठीक है, -10 होए। गुणनफल सानू पता कि घटाओ दा उसी वेले हुंदा है माइनस दा जदों साडे कोल दोनां दे विचों एक संख्या जिहड़ी माइनस दी होएगी दूसरी जिहड़ी प्लस दी होएगी। ठीक है, तो ਇਹਦਾ मतलब दो संख्यावां ਜਿਹੜੀਆਂ ਅਸੀਂ ਚੂਜ਼ ਕਰਨੀਆਂ ਉਹਦੇ ਚੋਂ ਇੱਕ ਸਾਨੂੰ -1 ਤੇ ਇੱਕ प्लस ਲੈਣੀ ਪੈਗੀ। ਠੀਕ ਹੈ, ਹੁਣ ਕਿਉਂਕਿ ਦੋਨਾਂ ਦਾ ਜੋੜ ਜਿਹੜਾ 네ਗੇਟਿਵ ਹੈ -3 ਸਾਨੂੰ ਚਾਹੀਦਾ ਤਾਂ ਮਤਲਬ ਵੱਡੀ ਸੰਖਿਆ ਦੇ ਅੱਗੇ ਸਾਡੇ ਕੋਲ 네ਗੇਟਿਵ ਸਾਈਨ ਹੋਣਾ ਚਾਹੀਦਾ। ਠੀਕ ਹੈ, तो 5 ਤੇ 2 ਆਪਾਂ ਲੈ ਲੈਣੇ ਇਹਦੇ ਚ ਸੰਖਿਆ 5 ਤੇ 2 ਭਾਵ ਇਹਨੂੰ ਅਸੀਂ -5 ਲਵਾਂਗੇ ਇਹਨੂੰ ਅਸੀਂ 2 ਲਵਾਂਗੇ ਕਿਉਂਕਿ ਦੋਨਾਂ ਨੂੰ ਗੁਣਾ ਕਰਾਂਗੇ ਸਾਡੇ ਕੋਲ ਮਾਈਨਸ ਦੇ 10 ਆ ਜਾਣਗੇ ਔਰ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਕੋਲ ਇਹ ਜਿਹੜੀ -5 + 2 ਹੈ ਉਹ ਸਾਡੇ ਕੋਲ -3 ਦੇ ਬਰਾਬਰ हो जाएगा। -5 ਤੇ 2 ਜਿਹੜੀਆਂ ਸਾਡੇ ਕੋਲ ਇਹ ਲੋੜੀਂਦੀਆਂ ਸੰਖਿਆਵਾਂ ਬਣ ਜਾਂਦੀਆਂ ਨੇ। ਹੁਣ ਅਸੀਂ ਕਰਨਾ ਕੀ ਹੈ ਐਕਚੁਅਲ ਦੇ ਵਿੱਚ ਜਿਹੜੀ ਇਹ ਮਿਡਲ ਟਰਮ ਹੁੰਦੀ ਸਾਡੇ ਕੋਲ। ਠੀਕ ਹੈ, ਇਹਨੂੰ ਅਸੀਂ ਬ੍ਰੇਕ ਕਰਨਾ ਹੈ ਤਾਂ ਇਹਨੂੰ ਅਸੀਂ ਲਿਖਾਂਗੇ ਇਟ ਇੰਪਲਾਈਜ਼ x² -5x प्लस 2x -10 इक्वल्स टू 0। ठीक है, ਇਹ ਜਿਹੜੀਆਂ ਦੋ ਸੰਖਿਆਵਾਂ ਅਸੀਂ ਇੱਥੇ ਪਤਾ ਕੀਤੀਆਂ ਨੇ ਇਹਨਾਂ ਦਾ ਜੋੜ ਸਾਡੇ ਕੋਲ ਜਿਹੜਾ -3 ਬਣਦਾ ਹੈ ਤਾਂ ਅਸੀਂ -3 ਨੂੰ ਤੋੜ ਕੇ ਐਵੇਂ ਲਿਖ ਲਿਆ -5x + 2x। ਠੀਕ ਹੈ, ਇਹਨਾਂ ਨੂੰ ਜੋੜਾਂਗੇ ਤਾਂ ਵਾਪਸ ਸਾਡੇ ਕੋਲ -3x ਬਣ ਜਾਂਦਾ ਹੈ। ਇਹਦੇ ਵਿੱਚੋਂ ਹੁਣ ਅਸੀਂ ਪਹਿਲੀਆਂ ਦੋ ਜਿਹੜੀਆਂ ਸਾਡੇ ਕੋਲ ਟਰਮਸ ਹੈਗੀਆਂ ਨੇ ਇਹਦੇ ਵਿੱਚੋਂ ਅਸੀਂ ਦੇਖਣਾ ਕੀ ਕਾਮਨ ਆਉਂਦਾ ਹੈ, ਦੂਸਰੀਆਂ ਦੋ ਟਰਮਸ ਦੇ ਵਿੱਚੋਂ ਕੀ ਕਾਮਨ ਆਉਂਦਾ ਹੈ ਉਹ ਵੀ ਆਪਾਂ ਦੇਖਣਾ। ਠੀਕ ਹੈ, ਤਾਂ ਪਹਿਲੀਆਂ ਦੋ ਟਰਮਸ ਦੇ ਵਿੱਚੋਂ ਅਸੀਂ x ਕਾਮਨ ਲੈ ਸਕਦੇ ਹਾਂ, ਇਹ ਸਾਡੇ ਕੋਲ ਬਣ ਜਾਏਗਾ x - 5 ਔਰ ਦੂਸਰੀਆਂ ਦੋਨੋਂ ਟਰਮਸ ਦੇ ਵਿੱਚੋਂ ਅਸੀਂ 2 ਕਾਮਨ ਲੈ ਸਕਦੇ ਹਾਂ, ਇਹ ਸਾਡੇ ਕੋਲ ਬਣ ਜਾਏਗਾ x - 5 ਇਕੁਅਲਸ ਟੂ 0। ਠੀਕ ਹੈ, तो ਇਹ ਜਿਹੜਾ ਬ੍ਰੈਕਟ ਦੇ ਵਿੱਚ ਸਾਡੇ ਕੋਲ ਇਹ ਗੁਣਨਖੰਡ ਬਚਿਆ ਔਰ ਇਹ ਗੁਣਨਖੰਡ ਬਚਿਆ ਇਹ ਹਮੇਸ਼ਾ ਇਕੁਅਲ ਹੋਣੇ ਚਾਹੀਦੇ ਹੈ। ਠੀਕ ਹੈ, ਇਹ ਬਰਾਬਰ ਹੋਣਗੇ ਦਾ ਮਤਲਬ ਅਸੀਂ ਸਹੀ ਚੱਲ ਰਹੇ ਹਾਂ। ਜੇਕਰ ਦੋਨੋਂ ਜਗ੍ਹਾ ਫਰਕ ਆ ਜਾਂਦਾ ਹੈ ਤੇ ਇਹਦਾ ਮਤਲਬ ਸਹੀ ਨਹੀਂ ਜਾ ਰਹੇ ਅਸੀਂ। ਠੀਕ ਹੈ, ਇਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਹੁਣ ਇਹ ਸਾਡੇ ਕੋਲ ਇੱਕ ਟਰਮ ਹੈ ਔਰ ਇਹ ਸਾਡੇ ਕੋਲ ਦੂਜੀ ਟਰਮ ਹੈ ਔਰ ਦੋਨਾਂ ਦੇ ਵਿੱਚ x - 5 ਜਿਹੜਾ ਕਾਮਨ ਹੈ ਤਾਂ x - 5 ਨੂੰ ਅਸੀਂ ਕਾਮਨ ਕੱਢ ਲਾਂਗੇ ਬਾਹਰ ਔਰ ਇਹ ਸਾਡੇ ਕੋਲ ਪਹਿਲੀ ਟਰਮ ਦੇ ਵਿੱਚ x ਬਚੇਗਾ ਔਰ ਇੱਥੋਂ ਸਾਡੇ ਕੋਲ +2 ਬਚੇਗਾ। ਠੀਕ ਹੈ, ਬਰਾਬਰ 0।
ਸੋ ਜਿਹੜੀ ਦੋ ਘਾਤੀ ਸਮੀਕਰਨ ਸਾਨੂੰ ਦਿੱਤੀ ਹੋਈ ਸੀ ਉਹਨੂੰ ਅਸੀਂ ਦੋ ਗੁਣਨਖੰਡਾਂ ਦੇ ਪ੍ਰੋਡਕਟ ਦੇ ਰੂਪ ਦੇ ਵਿੱਚ, ਦੋ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਦੇ ਵਿੱਚ ਆਪਾਂ ਤੋੜ ਲਿਆ। ਠੀਕ ਹੈ, तो ਹੁਣ ਦੇਖੋ ਦੋ ਸਾਡੇ ਕੋਲ ਗੁਣਨਖੰਡ ਨੇ, ਦੋ ਫੈਕਟਰਸ ਨੇ x + 2 ਤੇ x - 5, ਦੋਨਾਂ ਦਾ ਪ੍ਰੋਡਕਟ ਜਿਹੜਾ ਸਾਡੇ ਕੋਲ 0 ਹੈ। ਇਹਦਾ ਮਤਲਬ ਜਾਂ ਤੇ ਇਹ ਗੁਣਨਖੰਡ ਦੀ ਕੀਮਤ 0 ਹੋਣੀ ਚਾਹੀਦੀ ਹੈ ਜਾਂ ਫਿਰ ਇਸ ਗੁਣਨਖੰਡ ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 0 ਹੋਣੀ ਚਾਹੀਦੀ ਹੈ। ਠੀਕ ਹੈ, तो ਅਸੀਂ ਇੱਥੇ ਲਿਖਾਂਗੇ ਇਟ ਇੰਪਲਾਈਜ਼ x + 2 बराबर 0 ਜਾਂ x घटाओ 5 ए बराबर 0 होएगा। ठीक है, तो इथों साडे कोल आ जाएगी x की कीमत बराबर -2, +2 ਨੂੰ दूसरी साइड लेके जावांगे तो -2 हो जाएगा और इथों साडे कोल x की जिहड़ी कीमत आ जाएगी वो प्लस दे 5, इधर घटाओ दे 5 है, दूसरे पासे लेके जावांगे तो जमा दे 5 हो जाएंगे। ठीक है, तो इस तरह ये जिहड़ियां दो संख्यावां साडे कोल x ਦੀਆਂ आईयां ने ये ही साडे कोल इस दो घाती समीकरण दे मूल हल। ठीक है, तो ਅਸੀਂ ਇੱਥੇ ਲਿਖ ਦਾਂਗੇ इस तरह x बराबर -2 ਅਤੇ x बराबर 5 दो घाती समीकरण दे मूल ਹਨ। ठीक है, दो घाती समीकरण दे मूल हैं। तो आओ इसी तरह का होर क्वेश्चन आप देखते हैं नेक्स्ट। सो अगला सवाल साडे कोल है 2x² + x - 6। ठीक है, तो इनू असी हल करांगे। तो प्रोसैस जिहड़ा साडा वो सेम ही रहेगा। सब तो पहला आपां इहदी जिहड़ी तुलना है वो असी करांगे ax² + bx + c दे नाल। c बराबर 0 ਦੇ ਨਾਲ। ਠੀਕ ਹੈ, तो ਇਹਦੇ ਚ a ਦੀ ਕੀਮਤ ਅਸੀਂ ਦੇਖ ਸਕਦੇ ਹਾਂ। a ਸਾਡੇ ਕੋਲ ਬਣਦਾ ਹੈ 2, b ਸਾਡੇ ਕੋਲ ਬਣਦਾ ਹੈ 1 ਤੇ c ਸਾਡੇ ਕੋਲ ਬਣਦਾ ਹੈ -6। ਠੀਕ ਹੈ, x² ਦਾ ਗੁਣਾਂਕ, x ਦਾ ਗੁਣਾਂਕ ਤੇ ਅਚਲ ਪਦ ਕਾਂਸਟੈਂਟ ਟਰਮ ਜਿਹੜੀ ਸਾਡੇ ਕੋਲ ਹੈ। ਇਸ ਤੋਂ ਬਾਅਦ ਅਸੀਂ a ਤੇ c ਦਾ ਜਿਹੜਾ ਪ੍ਰੋਡਕਟ ਕਰਨਾ ਹੁੰਦਾ ਹੈ, a ਤੇ c ਨੂੰ ਅਸੀਂ ਗੁਣਾ ਕਰਨਾ ਹੈ। ਇਹ ਸਾਡੇ ਕੋਲ 6 ਦੂਣੀ 12 ਹੋ ਜਾਏਗਾ -12। ਠੀਕ ਹੈ, ਹੁਣ ਅਸੀਂ ਦੋ ਸੰਖਿਆਵਾਂ ਇਹੋ ਜਿਹੀਆਂ ਸੋਚਣੀਆਂ ਨੇ, ਇਹੋ ਜਿਹੀਆਂ ਅਸੀਂ ਲੱਭਣੀਆਂ ਨੇ ਜਿਨ੍ਹਾਂ ਦਾ ਗੁਣਨਫਲ ਜਿਹੜਾ ਸਾਡੇ ਕੋਲ -12 ਬਣੇ और जिन्हां दा जोड़फल है जिहड़ा साडे कोल जमा दा 1 बने। जदों साडे कोल गुणनफल -12 है, इहदा मतलब साडे कोल दोनों संख्यावां दे विचों एक संख्या घटाओ दी होनी चाहिए, एक संख्या जमा दी होनी चाहिए। क्योंकि दोनों दा जोड़फल साडे कोल 1 है, इहदा मतलब वड्डी संख्या जमा दी होएगी, छोटी संख्या घटाओ दी होएगी। ठीक है, तो किहड़ियां दो संख्यावां दा 4 3 साडे कोल 12 हुंदे ने। 4 ਨੂੰ ਅਸੀਂ 3 ਦੇ ਨਾਲ ਗੁਣਾ ਕਰੀਏ ਤਾਂ ਇਹ ਸਾਡੇ ਕੋਲ 12 ਬਣ ਜਾਂਦਾ ਹੈ 4, ਔਰ 4 ਦੇ ਵਿੱਚੋਂ 3 ਘਟਾਵਾਂਗੇ ਤਾਂ ਇਹ ਸਾਡੇ ਕੋਲ 1 ਬਣ ਜਾਂਦਾ ਹੈ। ਠੀਕ ਹੈ, तो ਇਹਦੇ ਵਿੱਚ ਅਸੀਂ ਜਿਹੜੀਆਂ ਸੰਖਿਆਵਾਂ ਉਹ 4 ਤੇ 3 ਹੋ ਗਈਆਂ ਸਾਡੇ ਕੋਲ ਦੋ ਸੰਖਿਆਵਾਂ। तो ਦੋਨਾਂ ਦੇ ਵਿੱਚੋਂ ਕਿਹੜੀ ਸੰਖਿਆ ਘਟਾਓ ਦੀ ਲੈਣੀ ਹੈ ਤੇ ਕਿਹੜੀ ਜਮਾ ਦੀ, ਉਹ ਹੁਣ ਅਸੀਂ ਡਿਸਾਈਡ ਕਰਨਾ ਹੈ। ਠੀਕ ਹੈ, तो ਗੁਣਨਫਲ ਸਾਡੇ ਕੋਲ ਘਟਾਓ ਦਾ ਚਾਹੀਦਾ, ਇਸ ਕਰਕੇ ਦੋਨਾਂ ਦੇ ਵਿੱਚੋਂ ਇੱਕ ਸੰਖਿਆ ਤਾਂ ਮਾਈਨਸ ਦੀ ਹੋਏਗੀ, ਪਰ ਜੋੜਫਲ ਸਾਨੂੰ ਚਾਹੀਦਾ 1। ਇਹਦਾ ਮਤਲਬ ਵੱਡੀ ਸੰਖਿਆ ਜਿਹੜੀ ਉਹ ਜਮਾ ਦੀ ਹੋਏਗੀ, ਛੋਟੀ ਸੰਖਿਆ ਘਟਾਓ ਦੀ ਹੋਏਗੀ। ਤਾਂ ਹੀ ਇਹਨਾਂ ਨੂੰ ਜੋੜਾਂਗੇ ਤਾਂ ਸਾਡੇ ਕੋਲ ਜਮਾ ਦਾ 1 ਬਣੇਗਾ। तो 4 ਤੇ -3 4 ਐਂਡ -3 ਇਹ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਸੰਖਿਆਵਾਂ ਸਾਡੇ ਕੋਲ ਆ ਜਾਂਦੀਆਂ ਨੇ। तो ਅਸੀਂ ਹੁਣ ਕੀ ਕਰਨਾ ਹੈ, ਜਿਹੜੀ ਮਿਡਲ ਟਰਮ ਹੈ ਉਹਨੂੰ ਸਪਲਿਟ ਕਰਨਾ ਹੈ, ਉਹਨੂੰ ਤੋੜਨਾ ਹੈ। तो ਉਹ ਸੰਖਿਆਵਾਂ ਅਸੀਂ ਕਿਹੜੀਆਂ ਲਿਖਾਂਗੇ, ਇਹ ਜਿਹੜੀਆਂ ਸੰਖਿਆਵਾਂ ਅਸੀਂ ਲੱਭੀਆਂ ਨੇ, ਇਹ ਸਾਡੇ ਕੋਲ ਆਏਗਾ ਜਮਾ 4x -3x -6 बराबर 0। ठीक है, 2x² + 4x -3x -6 = 0। ਹੁਣ ਇਹਦੇ ਵਿੱਚ ਫਿਰ ਉਸੇ ਢੰਗ ਦੇ ਨਾਲ ਪਹਿਲੀਆਂ ਦੋ ਸੰਖਿਆਵਾਂ ਦੇ ਵਿੱਚੋਂ ਅਸੀਂ ਕੀ ਕਾਮਨ ਲੈਣਾ ਤੇ ਪਿਛਲੀਆਂ ਦੋ ਸੰਖਿਆਵਾਂ ਦੇ ਵਿੱਚੋਂ ਕੀ ਕਾਮਨ ਲੈਣਾ ਹੈ ਅਸੀਂ ਦੇਖਾਂਗੇ। ਪਹਿਲੇ ਦੇ ਵਿੱਚੋਂ ਅਸੀਂ ਦੇਖੋ ਇੱਥੇ 2 ਹੈ ਤੇ ਇੱਥੇ 4 ਹੈ, ਤਾਂ 2 ਕਾਮਨ ਲਿਆ ਜਾ ਸਕਦਾ ਹੈ। ਇੱਕ x ਜਿਹੜਾ ਹੈ ਉਹ ਸਾਂਝਾ ਲਿਆ ਜਾ ਸਕਦਾ ਹੈ, ਕਿਉਂਕਿ ਇੱਥੇ x ਦੀ ਘਾਤ ਸਾਡੇ ਕੋਲ 2 ਹੈ, ਇੱਥੇ x ਦੀ ਘਾਤ 1 ਹੈ। ਠੀਕ ਹੈ, तो ਇੱਥੇ ਸਾਡੇ ਕੋਲ ਬਚੇਗਾ ਸਿਰਫ x, ਕਿਉਂਕਿ 2 ਵੀ ਬਾਹਰ ਆ ਗਿਆ, ਇੱਕ x ਵੀ ਬਾਹਰ ਆ ਗਿਆ, ਔਰ ਇੱਥੇ ਸਾਡੇ ਕੋਲ 4 ਦੇ ਵਿੱਚੋਂ 2 ਅਸੀਂ ਬਾਹਰ ਲਿਆ ਇਹਦਾ ਮਤਲਬ ਪਿੱਛੇ ਸਾਡੇ ਕੋਲ ਬਚੇਗਾ 2, x ਤੇ ਕਾਮਨ ਅਸੀਂ ਲੈ ਲਿਆ। ਠੀਕ ਹੈ, तो इथों ਅਸੀਂ ਦੇਖ ਸਕਦੇ ਹਾਂ 2x ਨੂੰ ਵਾਪਸ ਅਸੀਂ ਗੁਣਾ ਕਰਾਂਗੇ ਤਾਂ 2x ਨੂੰ x ਨਾਲ ਕੀਤਾ 2x² ਬਣ ਜਾਏਗਾ, 2x ਨੂੰ 2 ਨਾਲ ਕੀਤਾ 2x, ਸਾਡੇ ਕੋਲ 4x ਬਣ ਜਾਏਗਾ। ਠੀਕ ਹੈ, ਔਰ ਇਸ ਟਰਮ ਦੇ ਵਿੱਚੋਂ ਅਸੀਂ ਮਾਈਨਸ ਦੇ 3 ਕਾਮਨ ਲਵਾਂਗੇ ਇਹਨਾਂ ਦੋਨੋਂ ਟਰਮਸ ਦੇ ਵਿੱਚੋਂ। ਇੱਥੇ ਸਾਡੇ ਕੋਲ ਬਚੇਗਾ x ਔਰ ਇੱਥੇ ਆ ਜਾਏਗਾ ਜਮਾ ਦਾ 2। ਠੀਕ ਹੈ, ਨੈਗੇਟਿਵ ਸਾਈਨ ਕਿਉਂਕਿ ਅਸੀਂ ਬਾਹਰ ਕਾਮਨ ਲਿਆ, ਇਸ ਕਰਕੇ ਅੰਦਰ ਜਿਹੜੀਆਂ ਦੋਨੋਂ ਸੰਖਿਆਵਾਂ ਸਾਡੇ ਕੋਲ ਧਨਾਤਮਕ ਹੋ ਜਾਣਗੀਆਂ, ਪੋਜ਼ਿਟਿਵ ਹੋ ਜਾਣਗੀਆਂ। ਠੀਕ ਹੈ, तो 3 दूनी 6 ਹੁੰਦੇ ਆ, तो 6 ਦੇ ਵਿੱਚੋਂ 3 ਕਾਮਨ ਲਏ ਤੇ ਪਿੱਛੇ 2 ਬਚਣਗੇ ਬਰਾਬਰ 0। तो ਬ੍ਰੈਕਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਣਨਖੰਡ ਜਿਹੜੇ ਉਹ ਸਾਡੇ ਕੋਲ ਇੱਕੋ ਜਿਹੇ ਬਣੇ ਨੇ, ਇਹਦਾ ਮਤਲਬ ਅਸੀਂ ਸਹੀ ਕਰ ਰਹੇ ਹਾਂ। तो ਇਸ ਤੋਂ ਬਾਅਦ ਅਗਲਾ ਸਟੈਪ ਸਾਡੇ ਕੋਲ ਬਣੇਗਾ 2x -3
गुणा x जमा 2। ठीक है, ये दोनों ਜਿਹੜੀਆਂ टर्म ਸੀਗੀਆਂ ਇਹਨਾਂ ਦੇ ਵਿੱਚੋਂ x जमा 2 ਸੀ ਸਾਂਝਾ ਕੱਢਿਆ ਤਾਂ ਸਾਡੇ ਕੋਲ 2x - 3 ਬਚਿਆ। ਠੀਕ, तो ਹੁਣ ਫਿਰ ਸਾਡੇ ਕੋਲ ਦੋ ਸੰਖਿਆਵਾਂ, ਦੋ ਜਿਹੜੇ ਗੁਣਨਖੰਡ ਨੇ ਉਹਨਾਂ ਦਾ ਪ੍ਰੋਡਕਟ ਜਿਹੜਾ ਸਾਡੇ ਕੋਲ ਉਹ 0 ਹੈ, ਉਹਨਾਂ ਦੀ ਗੁਣਨਫਲ 0 ਹੈ। ਦਾ ਮਤਲਬ ਜਾਂ ਤੇ ਪਹਿਲੀ ਸੰਖਿਆ 0 ਹੈ ਜਾਂ ਫਿਰ ਦੂਜੀ ਸੰਖਿਆ 0 ਹੈ। ਠੀਕ ਹੈ, तो 2x - 3 दोनों भी 0 हो सकती हैं। 2x - 3 = 0 ਜਾਂ x जमा 2 बराबर 0। ठीक है, तो इतों जी 2x साढ़े कोल बराबर 3 हो जाएगा और x की कीमत साढ़े कोल आ जाएगी 3/2। और इसी ढंग के नाल दूसरी तरफ अगर असी देखिए तो x की जी कीमत है वो साढ़े कोल आ जाएगी -2। तो ये साढ़े कोल लोड़ींदे जिहड़े मूल ने इस समीकरण के। ठीक है, इंग्लिश आप इन्हां नूं रूट्स बोलते हैं। दीज आर द रूट्स ऑफ दिस गिवन क्वाड्रेटिक इक्वेशन। ठीक है, सो x बराबर 3/2 ਅਤੇ x बराबर -2 ਲੋੜੀਂਦੇ मूल ਹਨ। ठीक है, इस तो बाद अगला सवाल देखते हैं। अगे साढ़े कोल एक दो घाती समीकरण दी हुई है, वर्गमूल 2 जमा 7x जमा 5 वर्गमूल 2 बराबर 0। ठीक है, इनू आप हल करते हैं। वर्गमूल नू देख के घबराना बिल्कुल नहीं है। ठीक है, तो सब तो पहला आप उही प्रोसैस करना है। सब तो पहला असीं इहदे विचों इस दी हुई समीकरण नू ax² + bx + c बराबर 0 दे नाल कंपेयर करांगे। ठीक है, तो a दी जिहड़ी कीमत है साडे कोल आ जाएगी वर्गमूल 2, b दी कीमत साडे कोल है 7, c दी कीमत साडे कोल आ जाएगी 5 वर्गमूल 2। तो इस तो बाद असीं की करना है a ते c दा गुणनफल। तो वर्गमूल 2 गुणा 5 वर्गमूल 2, ये साडे कोल बनेगा 5 गुणा वर्गमूल 2 ते वर्गमूल 2 नूं गुणा करांगे साडे कोल 2 दे बराबर हुंदा है, बराबर साडे कोल 10 आ जाएगा। ठीक है, तो AC दी जिहड़ी कीमत है वो साडे कोल बन जांदी है 10। ये साडे कोल जरूरी नहीं है तुसीं करना, इहनूं आपां रफ दे विच भी कर सकदे हां। ठीक है, ये सिंपली समझण दे लई है वी सानूं पता चले कि असीं मिडल टर्म नूं स्प्लिट किवें करना है। हौली हौली अभ्यास दे नाल तुहानूं ये करन दी जरूरत नहीं पएगी, तुसीं इस तो बिना भी कर पाओगे। ठीक है, तो हुण असीं दो संख्यावां, अच्छा इहदे च मैनूं लगदा ये चीज़ आपां पहलां डिस्कस कर चुके हैं कि वर्गमूल x गुणा वर्गमूल x, किसी भी संख्या का वर्गमूल होवे उसे संख्या के नाल वर्गमूल नाल गुणा किया जाए तो यह साडे कोल x के बराबर ही आ जाता है। ठीक है, क्योंकि साडे कोल जिहड़ा वर्गमूल है ये हुंदा x की घात 1/2 गुणा x की घात 1/2। तो जदों आधार सेम ने तो घातां जिहड़ियां पावर्स ने आपस ऐड हो जांदियां ने, तो x⁻² + 1/2। ठीक है, अद्धा ते अद्धा ये साडे कोल 1 हो जाता है, x⁻1 बन जाता है। तो वर्गमूल x गुणा वर्गमूल x बराबर साडे कोल x वर्गमूल 2 गुणा वर्गमूल 2 ये साडे कोल बराबर 2 जिहड़ा आ जाएगा। ठीक है, तो हुण असीं इत्थे दो नंबर इहो ਜਿਹੇ सोचने ने कि जिहड़ा जोड़फल है वो साडे कोल 7 बने, उन्हां दा जिहड़ा गुणनफल है वो साडे कोल 10 बने। मैनूं लगदा है तां बहुत ही सौखे ने साडे कोल। जेकर असीं 5 ਨੂੰ 2 ਨਾਲ गुणा करिए तो 10 बनता है, 5 ਦੇ ਵਿੱਚ 2 जोड़िए तो साडे कोल 7 बनता है। तो 5 ਤੇ 2 ਜਿਹੜੀਆਂ ਸਾਡੇ ਕੋਲ ਲੋੜੀਂਦੀਆਂ ਸੰਖਿਆਵਾਂ ਬਣ ਜਾਂਦੀਆਂ ਨੇ, ਦੋਨਾਂ ਦਾ ਜੋੜਫਲ 7 ਗੁਣਨਫਲ 10। ਠੀਕ ਹੈ, तो हुण सवाल जिहड़ा करना वो साडे वास्ते सौखा हो जाएगा। तो ये साडे कोल वर्गमूल 2 x² + 7x + 5√2 = 0। ਇਹਦੇ ਚ ਆਪਾਂ ਮਿਡਲ ਟਰਮ ਨੂੰ ਹੁਣ ਤੋੜਨਾ ਹੈ वर्गमूल 7 ਨੂੰ ਕਿਹੜੀਆਂ ਸੰਖਿਆਵਾਂ ਦੇ ਵਿੱਚ, ਇਹ ਵਾਲੀਆਂ ਸੰਖਿਆਵਾਂ ਦੀ ਮਦਦ ਦੇ ਨਾਲ। ਇਹ ਸਾਡੇ ਕੋਲ ਬਣੇਗਾ 5x + 2x + 5 वर्गमूल 2 बराबर 0। हुण असीं इन्हां दे विचों देखना है कि साझा की लिया जा सकता है। ठीक है, तो पहले दोनों जिहड़े पद ने इन्हां दे विचों x नूं कॉमन लिया जा सकता है। ये साडे कोल बनेगा वर्गमूल 2x + 5। ठीक है, और दूजे दोनों दे विचों हुण जिहड़ा ये 2 है, जिवें आपां पहलां इत्थे गल कीती सी वर्गमूल 2 गुणा वर्गमूल 2 2 दे बराबर है। इहदा मतलब असीं 2 नूं भी तां इसे ढंग दे नाल लिख ही सकदे हां, वर्गमूल 2 गुणा वर्गमूल 2। ठीक है, लास्ट वाली टर्म उसी ढंग दे नाल लिख ली। ये सैकेंड टर्म जिहड़ी सी उहनूं असीं इस ढंग दे नाल लिख लिया, 2 नूं वर्गमूल 2 गुणा वर्गमूल 2, ताकि इन्हां दोनों दे विचों असीं √2 जिहड़ा है वर्गमूल 2 इहनूं कॉमन लै सकीए। ठीक है, तो ये साडे कोल बनेगा x √2 + x + 5, और इन्हां दोनों टर्म्स दे विचों आपां √2 जिहड़ा कॉमन लै लवांगे, वर्गमूल 2 कॉमन लै लांगे। तो ये साडे कोल बनेगा वर्गमूल 2x + 5 बराबर 0। ठीक है, तो ये दोनों फैक्टर्स तुसीं देखिए कि बराबर बन गए ने। इस तो बाद अगला स्टैप साडे कोल की होएगा, x जमा वर्गमूल 2
x जमा वर्गमूल 2 और ब्रैकेट साडे कोल आएगा वर्गमूल 2 x जमा 5 बराबर 0। ठीक है, तो फिर वही चीज़ दोनों ਦੇ ਵਿੱਚੋਂ ਇੱਕ ਜਿਹੜਾ 0 ਹੋਏਗਾ ਜਾਂ ਤੇ ਸਾਡੇ ਕੋਲ a 0 ਹੋਏਗਾ x plus square root of 2 equals to 0 वर्गमूल 2 x जमा 5 ਇਹ ਸਾਡੇ ਕੋਲ ਬਰਾਬਰ 0 ਹੋਏਗਾ। ठीक है, तो ਜਿਹੜੀ ਪਹਿਲੀ ਸਾਡੇ ਕੋਲ ਪਹਿਲਾ ਗੁਣਨਖੰਡ ਬਣਿਆ ਸੀ ਉਹਦੇ ਤੋਂ ਜੋ ਇਕੁਏਸ਼ਨ ਬਣੀ ਇਹਦੇ ਵਿੱਚੋਂ ਸਾਡੇ ਕੋਲ x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਮਾਈਨਸ वर्गमूल 2 ਆ ਜਾਏਗੀ। ठीक है, नेगेटिव ऑफ स्क्वायर रूट 2 और दूसरी ਜਿਹੜੀ ਸਾਡੇ ਕੋਲ ਸਮੀਕਰਨ ਹੈ ਇਥੋਂ ਸਾਡੇ ਕੋਲ ਇੱਥੇ ਜਾਂ ਵੀ ਆਪਾਂ ਲਿਖਦੇ ਹਾਂ। ठीक है, तो स्क्वायर रूट ऑफ 2 x plus 5 equals to 0 और ਇਹਦੇ ਵਿੱਚੋਂ रूट 2 x ਜਿਹੜਾ ਸਾਡੇ ਕੋਲੇ -5 ਦੇ ਬਰਾਬਰ ਆਏਗਾ और x equals to -5 upon रूट 2 ਹੋ ਜਾਏਗਾ। ठीक, तो इस तरह ये साडे कोल जिहड़ी समीकरण सानू दित्ती हुई सी दो घाती समीकरण क्वाड्रेटिक इक्वेशन तो उहदे जिहड़े रूट्स ने वो साडे कोले बनदे ने -√2 एंड -5 अपॉन √2। ठीक, इस तरह -√2 ਅਤੇ -5√2 ਲੋੜੀਂਦੇ ਮੂਲ ਹਨ। ठीक है, तो ये साडे कोल तीजा सवाल सी तीजी दो घाती समीकरण सी जिहदे असीं मूल पता कीते ने रूट्स जिहड़े फाइंड कीते ने। ठीक है, इस तो बाद अगला सवाल समीकरण तुसीं देख सकते हो 2x² - x + 1 अपॉन 8 है। ठीक है, दोनों साइड 8 ਦੇ ਨਾਲ ਅਸੀਂ ਗੁਣਾ ਕਰ ਦਿੰਦੇ ਹਾਂ। इक्वल्स टू 0 इंटू 8 तो 0 ਨੂੰ 8 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 0 ਬਚੇਗਾ। ਠੀਕ ਹੈ, ਲੈਫਟ ਸਾਈਡ ਤੇ ਅਸੀਂ ਦੇਖਦੇ ਹਾਂ 8 ਨੂੰ 2 ਨਾਲ ਗੁਣਾ ਕਰਾਂਗੇ ਸਾਡੇ ਕੋਲ ਹੋ ਗਿਆ 16x² 16x²। 8 ਨੂੰ x ਨਾਲ ਕੀਤਾ -8x और फिर 8 ਨੂੰ ਅਸੀਂ 1/8 ਨਾਲ ਕਰਾਂਗੇ ਤਾਂ 8 ਦੇ ਨਾਲ 8 ਕੱਟਿਆ ਜਾਏਗਾ ਇੱਥੇ ਸਾਡੇ ਕੋਲ ਸਿਰਫ 1 ਬਚੇਗਾ। ਠੀਕ ਹੈ, ਤਾਂ ਦਿੱਤੀ ਹੋਈ ਜਿਹੜੀ ਸਮੀਕਰਨ ਸੀ ਸਾਡੇ ਕੋਲ ਉਹ ਬਣ ਗਈ ਸਾਡੇ ਕੋਲ 16x² - 8x + 1 = 0। ਠੀਕ ਹੈ, ਹੁਣ ਇਸ ਵਾਰ ਅਸੀਂ ਕੰਪੇਅਰ ਨਹੀਂ ਕਰਦੇ डायरेक्ट ਕਰਨ ਦੀ ਕੋਸ਼ਿਸ਼ ਕਰਦੇ ਹਾਂ। इथों जिहड़ा A ते C का जिहड़ा प्रोडक्ट है साडे कोल वो बन रहा है 16 एकम 16 ना और जिहड़ा B की कीमत है वो साडे कोल -8 है। इहदा मतलब सानू दो इहो जे नंबर चाहिए ने जिन्हां दा जिहड़ा गुणनफल है वो साडे कोल बने 16 ते जोड़फल है वो बने -8। ठीक, तो 4 चौके 16 हुंदे ने साडे कोल 4 नूं 4 नाल गुणा करांगे 16 होणगे 4 दे 4 जोड़ांगे तो साडे कोल 8 बनेगा। तो एक संख्या आप -4 ले लेने दूसरी संख्या भी साडे कोल -4 हो जाएगी। ठीक है ना, -4 मल्टीप्लाई करोगे तो प्लस दे 16 हो जाएंगे ऐड करोगे तो माइनस दे 8 हो जाएंगे। ठीक है, ਇਹਦਾ मतलब 8 ਨੂੰ ਹੁਣ ਅਸੀਂ ਜਿਹੜਾ ਮਿਡਲ ਟਰਮ ਹੈਗੀ ਸਾਡੇ ਕੋਲ ਇਹਨੂੰ ਅਸੀਂ ਤੋੜਾਂਗੇ -4x -4x ਜਮਾ 1 ਦੇ ਵਿੱਚ। ਠੀਕ ਹੈ, तो ਹੁਣ ਫਿਰ ਆਪਾਂ ਦੋਨੋਂ ਪਹਿਲੀਆਂ ਦੋ ਪਦਾਂ ਦੇ ਵਿੱਚੋਂ ਜੋ ਸਾਂਝਾ ਆਉਂਦਾ ਹੈ ਸਾਡੇ ਕੋਲ ਆਏਗਾ 4x ਕਾਮਨ ਇੱਥੇ ਸਾਡੇ ਕੋਲ ਬਚੇਗਾ 4x - 1 और इन्होंने दोनों के विचों -1 कॉमन लिया जाएगा इतने साडे कोल 4x - 1 बराबर 0 बनेगा। ठीक है, तो इस तो बाद ये साडे कोल बन जाएगा 4x - 1 ਤੇ 4x - 1 बराबर 0। वैसे 9th क्लास तो ਆਪਾਂ ਇਸ ਢੰਗ ਦੇ ਨਾਲ ਜਿਹੜਾ ਸਪਲਿਟ ਕਰਦੇ ਆਨੇ ਆ ਇਸ ਤਰ੍ਹਾਂ ਗੁਣਨਖੰਡ ਬਣਾਉਂਦੇ ਆ ਰਹੇ ਹਾਂ ਤਾਂ ਮੈਨੂੰ ਲੱਗਦਾ ਹੈ ਕਾਫੀ ਈਜ਼ੀ ਹੁਣ ਤਾਂ ਤੁਹਾਨੂੰ ਲੱਗਦੇ ਹੋਣਗੇ। तो ਹੁਣ ਇਹਦੇ ਵਿੱਚੋਂ ਫਿਰ ਦੋ ਗੁਣਨਖੰਡਾਂ ਦੀ ਜਿਹੜੀ ਗੁਣਨਫਲ ਹੈ ਉਹ ਸਾਡੇ ਕੋਲ 0 ਹੈ। ਇਹਦਾ ਮਤਲਬ ਜਾਂ ਤੇ ਪਹਿਲਾ ਗੁਣਨਫਲ ਸਾਡੇ ਕੋਲ ਜਿਹੜਾ 0 ਦੇ ਬਰਾਬਰ ਹੋਏਗਾ ਜਾਂ ਫਿਰ ਦੂਜਾ ਗੁਣਨਫਲ 0 ਦੇ ਬਰਾਬਰ ਹੋਏਗਾ। ਪਰ ਕਿਉਂਕਿ ਦੋਨੋਂ ਗੁਣਨਫਲ ਇਸ ਵਾਰ ਸਾਡੇ ਕੋਲ ਦੋਨੋਂ ਗੁਣਨਖੰਡ ਜਿਹੜੇ ਬਰਾਬਰ ਹੀ ਬਣੇ ਨੇ ਫਿਰ x ਦੀ ਕੀਮਤ ਆਪਾਂ ਪਤਾ ਕਰਦੇ ਹਾਂ ਸਾਡੇ ਕੋਲ 1/4 ਬਣ ਜਾਂਦੀ ਹੈ। ਠੀਕ ਹੈ, तो इसी ढंग ਦੇ ਨਾਲ दूसरी साइड तो जो ਅਸੀਂ ਦੇਖਾਂਗੇ तो ਇਹਦੇ ਵਿੱਚੋਂ ਵੀ ਸਾਡੇ ਕੋਲ 4x बराबर 1 ਤੇ x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 1/4 ਆ ਜਾਏਗੀ। ਠੀਕ ਹੈ, तो इस ढंग ਦੇ ਨਾਲ ਸਾਡੇ ਕੋਲ ਜਿਹੜੀਆਂ ਦੋ ਮੂਲ ਜਿਹੜੇ ਇਸ ਵਾਰ ਪ੍ਰਾਪਤ ਹੋਏ ਹੈ ਦੋ ਘਾਤੀ ਸਮੀਕਰਨ ਦੇ ਉਹ ਦੋਨੋਂ ਮੂਲ ਹੀ ਬਰਾਬਰ ਨੇ ਦੋਨਾਂ ਦੀ ਕੀਮਤ ਹੀ 1/4 1/4 ਹੈ। ਠੀਕ ਹੈ, ਇਸ ਲਈ 1/4, 1/4 ਲੋੜੀਂਦੇ ਮੂਲ ਹਨ are the required roots of given quadratic equation। ठीक,
इस तो बाद आखिरी हुण 5वां सवाल है जिहड़ा पहले पार्ट दा है, तुसीं देख सकदे हो 100x² माइनस 20x+1। मैनूं लगदा है हुण तुहानूं अपने आप करना चाहिए। 4 क्वेश्चन आपां इस ढंग दे ने कर लेने, तो ये अभ्यास दे लई तुहाडे वास्ते छड्डदा, इहनूं तुसीं अपने आप जिहड़ा कैलकुलेट करन दी कोशिश करनी है। ठीक है, एक चीज़ आपां इहदे च होर जिहड़ी देख सकदे हां कि ਜਿਹੜੇ ਅਸੀਂ ਮੂਲ ਪਤਾ ਕਰਦੇ ਹਾਂ, ਜਿਵੇਂ ਹੁਣ ਇਸ ਇਕੁਏਸ਼ਨ ਦੇ ਵਿੱਚ ਅਸੀਂ ਮੂਲ ਪਤਾ ਕੀਤੇ ਨੇ ਸਮੀਕਰਨ ਦੇ 3/2 ਤੇ x ਬਰਾਬਰ -2। ਜਦੋਂ ਇਹ x ਦੀ ਕੀਮਤ ਜਾਂ ਇਹ x ਦੀ ਕੀਮਤ ਨੂੰ ਅਸੀਂ ਵਾਪਸ ਇਹਦੇ ਚ ਭਰਾਂਗੇ ਤਾਂ ਇਹ ਸਾਡੇ ਕੋਲ ਖੱਬਾ ਪਾਸਾ ਵੀ ਸੱਜੇ ਪਾਸੇ ਦੇ ਬਰਾਬਰ ਹੋ ਜਾਏਗਾ, ਭਾਵੇਂ ਦੀ ਕੀਮਤ ਵੀ ਸਾਡੇ ਕੋਲ 0 ਆ ਜਾਏਗੀ। ਠੀਕ ਹੈ, ਜਿਵੇਂ x -2 है, ਇਹਦੇ ਚ ਮੈਂ -2 अगर x की जगह फिल करा तो लेफ्ट हैंड साइड मेरे को 0 बनेगी, 0 बननी ही चाहिए जे साडा उत्तर बिल्कुल सही है। ठीक है, इस तो बाद अज दी वीडियो का लास्ट क्वेश्चन है, ये आप करते हैं। ठीक है, दो संख्यावां पता करो जिन्हां दा जोड़ 27 ਅਤੇ गुणनफल 182 होवे। ठीक है, दो संख्यावां जिन्हां दा जोड़ साडे कोल 27 होवे ते गुणनफल 182 होवे। तो हुण जेकर साडे कोल दो संख्यावां आपां ले लैंदे आ, मान लो एक संख्या जी x लै ली तो दूसरी संख्या साडे कोल बनेगी 27 घटाओ x। ठीक है, जिद्दां हुण अगर मैं 10 नूं तोड़ना होवे दो संख्यावां दे विच, तो एक संख्या जेकर 2 है तो दूजी संख्या नूं असीं की लवांगे, 10 दे विचों 2 असीं घटा देंगे ना, ये साडे कोल 8 बन जाएगी। तो 2 ते 8 बन जाणगे, जिन्हां दा साडे कोल जोड़फल जिहड़ा 10 बनदा पिया। सो इसे ढंग दे नाल जे असीं एक संख्या नूं x लैणे आ तो दूजी संख्या पता करन दे लई इन्हां दे जोड़फल दे विचों इस संख्या नूं आपां घटा दांगे, दैट मीनस 27 - x हो जाएगा। सो असीं यही चीज़ मन के चलांगे कि मान लो x ते 27 घटाओ x ये साडे कोल लोड़ींदियां दो संख्यावां हन। ठीक है, और इन्हां दा जोड़फल जिहड़ा साडे कोल 27 ही बनेगा, क्योंकि जदों जोड़ांगे तो x दे नाल x जिहड़ा साडे कोल कट जाएगा, 27 बचेगा। ठीक, तो मान लो x ਅਤੇ 27 ਘਟਾਓ x ਲੋੜੀਂਦੀਆਂ ਸੰਖਿਆਵਾਂ ਹਨ, दो लोड़ींदियां संख्यावां हन। ठीक है, तो प्रश्न अनुसार दोनों का जोड़फल तो असीं देख लिया कि 27 होएगा ही होएगा, क्योंकि असीं संख्यावां ही इस ढंग दे नाल लईआं ने। गुणनफल जिहड़ा इन्हां दा 182 होना चाहिए। तो x गुणा 27 घटाओ x बराबर साडे कोल आ जाएगा 182। ठीक है, तो ये साडे कोल बनेगा 27x माइनस x² इक्वल्स टू 180। ठीक है, और इन्हां दोनों नूं असीं दूजे पासे लै जांदे, क्योंकि x² साडे कोल इधर माइनस दा, दूसरी साइड लै जांगे तो पॉजिटिव हो जाएगा। ठीक है, इत्थे साडे कोल 0 आ जाएगा, इक्वल्स टू x² इधर पॉजिटिव हो जाएगा, x² 27 इधर जमा देने, इधर घटाओ दे हो जाएंगे माइनस 27x, और 182 साडे कोल पहला ही इधर सी, साडे कोल 182 बन जाएंगे। ठीक है, तो हुण खब्बे पासे जो 0 सी उहनूं असीं सज्जे पासे लिख लांगे। तो हुण इस समीकरण नूं आपां हल करांगे। ठीक है, साडे कोल दो घाती समीकरण आई है, इहदे तों साडे कोल x की जिहड़ी कीमत है वो सानूं पता चल जाएगी, उहनूं असीं सॉल्व कर पावांगे। सो इहदे विचों हुण असीं देखदे हां कि साडे कोल जिहड़ी दो घाती समीकरण बनी है, इहनूं जदों असीं ax² + bx + c बराबर 0 दे नाल कंपेयर करांगे तो a दी जिहड़ी कीमत है वो साडे कोल बनेगी 1, b दी जिहड़ी कीमत है वो साडे कोल बनेगी -27 ਤੇ c ਦੀ ਜਿਹੜੀ ਕੀਮਤ ਹੈ ਸਾਡੇ ਕੋਲ ਬਣੇਗੀ 182। ਠੀਕ ਹੈ, ਤੇ a ਤੇ c ਨੂੰ ਗੁਣਾ ਕਰਾਂਗੇ ਸਾਡੇ ਕੋਲ 182 ਹੀ ਰਹੇਗਾ। ਸੋ ਕਹਿਣ ਦਾ ਭਾਵ ਅਸੀਂ ਦੋ ਸੰਖਿਆਵਾਂ ਇਹੋ ਜਿਹੀਆਂ ਪਤਾ ਕਰਨੀਆਂ ਨੇ ਜਿਨ੍ਹਾਂ ਦਾ ਜੋੜਫਲ ਜਿਹੜਾ ਮਾਈਨਸ ਦੇ 27 ਹੋਣ ਤੇ ਗੁਣਨਫਲ ਸਾਡੇ ਕੋਲ ਜਿਹੜਾ ਉਹ 182 ਬਣੇ। ਠੀਕ ਹੈ, तो ਜਦੋਂ ਸਾਨੂੰ ਈਜ਼ੀਲੀ ਸੋਚਣ ਤੇ ਨਾ ਪਤਾ ਚੱਲੇ ਕਿ ਇਹੋ ਜਿਹੀਆਂ ਕਿਹੜੀਆਂ ਸੰਖਿਆਵਾਂ ਹੋ ਸਕਦੀਆਂ ਨੇ, ਤਾਂ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਅਭਾਜ ਗੁਣਨਖੰਡੀਕਰਨ ਕਰ ਸਕਦੇ ਹਾਂ ਇਸ ਗੁਣਨਫਲ ਦਾ। ਜਿਵੇਂ ਹੁਣ 182 ਹੈ, तो 182 का जेकर असी यदि प्राइम फैक्टराइजेशन करते हैं तो सब तो पहला ये 2 ते जाएगा, 2 ते असी भाग करांगे साडे कोल 9 ते 91 आ जाएगा। ठीक है, तो जिहड़ा 91 है ये अगे 7 दे पहाड़े ते जाएगा, 13 7 91। ठीक है, तो 13 आ जाएगा साडे कोल, फिर 13 ते करांगे साडे कोल 1 आ जाएगा। ठीक है, कहने का मतलब जिहड़ा 182 सी इहनूं असी लिख सकते हैं 2 × 7 × 13। ठीक है,
ਇਹਦੇ ਵਿੱਚ ਜੇਕਰ 2 ਤੇ 7 ਨੂੰ ਅਸੀਂ ਗੁਣਾ ਕਰ ਦਈਏ ਇਹ ਬਣ ਜਾਂਦਾ 14 ਗੁਣਾ 13। तो 14 गुणा 13 ਸਾਡੇ ਕੋਲ 182 ਬਣਦਾ ਹੈ। तो ਇਹਨਾਂ ਦੋਨਾਂ ਦਾ ਜੋੜ ਅਗਰ ਅਸੀਂ ਦੇਖੀਏ ਤਾਂ ਉਹ ਸਾਡੇ ਕੋਲ 27 ਬਣਦਾ ਹੈ। ਇਹਦਾ ਮਤਲਬ ਇੱਥੋਂ ਹੁਣ ਸਾਨੂੰ ਪਤਾ ਚੱਲ ਜਾਏਗਾ ਇਹ ਦੋਨੋਂ ਸੰਖਿਆਵਾਂ ਜਿਹੜੀਆਂ ਸਾਨੂੰ ਲੱਗਦਾ ਹੈ ਕਿ ਲੋੜੀਂਦੀਆਂ ਸੰਖਿਆਵਾਂ ਸਾਡੀਆਂ ਹੋ ਸਕਦੀਆਂ ਨੇ। ਠੀਕ ਹੈ, ਕਿਉਂਕਿ ਦੋਨਾਂ ਦਾ ਜੋੜ ਜਿਹੜਾ 27 ਹੈ ਤੇ ਦੋਨਾਂ ਦਾ ਗੁਣਨਫਲ ਤਾਂ 182 ਹੈ ਹੀ, ਕਿਉਂਕਿ 182 ਦੇ ਹੀ ਇਹ ਗੁਣਨਖੰਡ ਬਣਾਏ ਨੇ ਆਪਾਂ। ਠੀਕ ਹੈ, ਪਰ ਇਹਦੇ 'ਚ ਜਿਹੜਾ ਜੋੜਫਲ ਹੈ ਉਹ ਸਾਨੂੰ -27 ਦਿੱਤਾ ਹੋਇਆ। ਇਹਦਾ ਮਤਲਬ ਸਾਨੂੰ 14 ਤੇ 13 ਦੋਨੋਂ ਹੀ ਘਟਾਓ ਦੇ ਲੈਣੇ ਪੈਣਗੇ। ਠੀਕ ਹੈ, तो ਜਿਹੜੀਆਂ ਲੋੜੀਂਦੀਆਂ ਸੰਖਿਆਵਾਂ ਸਾਡੇ ਕੋਲ ਕੀ ਆ ਜਾਣੀਆਂ, ਇੱਕ ਸਾਡੇ ਕੋਲ -14 ਆ ਜਾਏਗੀ ਔਰ ਦੂਸਰੀ ਸੰਖਿਆ ਸਾਡੇ ਕੋਲ -13 ਆ ਜਾਏਗੀ। ਠੀਕ ਹੈ, तो ਇਹਨਾਂ ਦੋਨਾਂ ਨੂੰ ਯੂਜ਼ ਕਰਕੇ ਆਪਾਂ ਦੋ ਘਾਤੀ ਸਮੀਕਰਨ ਨੂੰ ਅੱਗੇ ਹੱਲ ਕਰ ਸਕਦੇ ਹਾਂ। ਸੋ ਇਹ ਸਾਡੇ ਕੋਲ ਜਿਹੜੀ ਦੋ ਘਾਤੀ ਸਮੀਕਰਨ ਹੈ x², ਇਹਨੂੰ ਅਸੀਂ ਲਿਖ ਲਾਂਗੇ 27 ਨੂੰ ਤੋੜਾਂਗੇ ਤਾਂ 14x -13x। ठीक है, -14x -13x प्लस 182 182। ठीक है, तो दोनों का जोड़ साडे कोल 27 बनता है, गुणनफल जिहड़ा साडे कोल 182 हो जाएगा। तो पहलियां दो संख्यावां दे विचों की कॉमन आंदा, साडे कोल x कॉमन आ जाएगा। तो x जिहड़ा है अंदर साडे कोल बचेगा x घटाओ 14 और इन्हां दोनों दे विचों माइनस ते 13 असीं कॉमन लै सकदे, इत्थे साडे कोल x माइनस ते 14 इत्थे बचेगा। ठीक है, बराबर 0, क्योंकि 182 गुणा 13 साडे कोल, क्योंकि 14 गुणा 13 साडे कोल 182 बनेगा, इसलिए 182 ਨੂੰ ਅਸੀਂ 13 ਗੁਣਾ 14 ਲਿਖ ਸਕਦੇ ਹਾਂ ਤੇ ਉਹਦੇ ਵਿੱਚੋਂ ਜਦੋਂ ਅਸੀਂ ਕਾਮਨ ਲਿਆ 13 ਨੂੰ ਬਾਹਰ ਤੇ ਪਿੱਛੇ ਸਾਡੇ ਕੋਲ ਜਿਹੜਾ ਉਹ 14 ਬਚ ਜਾਏਗਾ। ਠੀਕ ਹੈ, तो ਹੁਣ ਇਹ ਸਾਡੇ ਕੋਲ x - 14 ਜਿਹੜਾ ਉਹ ਇੱਕੋ ਜਿਹਾ ਬਣ ਜਾਂਦਾ ਹੈ। तो ਇਹ ਅੱਗੇ ਸਾਡੇ ਕੋਲ ਬਣੇਗਾ x - 13 ਤੇ x - 14 ਬਰਾਬਰ 0। ठीक है, तो फिर ਸਾਡੇ ਕੋਲ वही सिचुएशन बन गई है। ठीक है, दोनों का प्रोडक्ट साडे कोल, दोनों का गुणनफल 0 है। इसका मतलब जां ते पहला वाला जिहड़ा गुणनखंड है वो 0 है, जां दूजा गुणनखंड है वो साडे कोल 0 है। तो ठीक है, तो x बराबर 13 साडे कोल आ जाएगा और जां साडे कोल x बराबर 14 आ जाएगा। ठीक है, तो जां ते x की कीमत साडे कोल 13 हो सकती है, जां साडे कोल x की कीमत 14 हो सकती है। तो अगर x की कीमत 13 है, जेकर x बराबर 13 है तो असी ऊपर मन के सी दूसरी संख्या की सी 27 घटाओ x। ठीक है, तो x की कीमत 13 है तो 27 - 13 जी दूसरी संख्या है वो साडे कोल बन जाएगी 27 - 13 बराबर 14। ठीक है, तो जेकर साडे कोल x नूं असी मनदे हां 14 तो जी दूसरी संख्या 27 - 14 वो साडे कोल बन जाएगी 13। ठीक है, तो असी ये कह सकते हैं 13 ਅਤੇ 14 ਜਿਹੜੀਆਂ ਇਹ ਸਾਡੇ ਕੋਲ ਲੋੜੀਂਦੀਆਂ ਸੰਖਿਆਵਾਂ ਨੇ, ਇਹਨਾਂ ਦਾ ਜੋੜਫਲ 27 ਹੋਏਗਾ ਤੇ ਗੁਣਨਫਲ 182। ਠੀਕ ਹੈ, ਇਸ ਤਰ੍ਹਾਂ 13 ਅਤੇ 14 ਲੋੜੀਂਦੀਆਂ ਸੰਖਿਆਵਾਂ ਹਨ। ठीक, तो इस ढंग ਦੇ ਨਾਲ ਇਸ ਸਵਾਲ ਨੂੰ ਅਸੀਂ ਹੱਲ कर सकते हैं। सो मैनूं उम्मीद है कि हर चीज़ तुहानूं बहुत चंगे ढंग दे नाल समझ आ गई होएगी। फिर भी जेकर किते कोई डाउट है, कोई भी क्वेरीज ने, तो तुसीं नीचे कमेंट बॉक्स में कमेंट करके पूछ सकते हो या दस सकते हो। ठीक है, या वीडियो नूं रिपीट करके देख लो, बहुत सौखा है। एक चीज़, कोई चीज़ एक बार नहीं पता लगती तो 1 2 3 बार आपां करते हैं तो पता चल जाती है। वैसे भी आपां सेम चीज़ जिहड़ी अलग अलग क्वेश्चनस दे विच 2 3 4 बार कर लईए। ठीक है स्टूडेंट्स, तो मिलते हैं फिर अगली वीडियो दे विच। अज लई इन्ना ही, लास्ट तक वीडियो देखने लई धन्नवाद। फिर मिलते हैं, सत श्री अकाल।